what to do next after 10th 10ਵੀਂ ਤੋਂ ਬਾਅਦ ਅਸੀਂ ਕੀ ਕਰੀਏ। ਹੁਣ 10ਵੀਂ ਤੋਂ ਬਾਅਦ ਵਿੱਚ ਸਾਡੇ ਕੋਲ ਕਈ ਤਰ੍ਹਾਂ ਦੇ ਕੋਰਸਿਸ ਆ ਜਿਨ੍ਹਾਂ ਦੇ ਵਿੱਚ ਅਸੀਂ ਐਡਮਿਸ਼ਨ ਲੈ ਸਕਦੇ ਹਾਂ। ਉਹਦੇ ਵਿੱਚ ਇੰਟਰਮੀਡੀਏਟ, ਪੋਲੀਟੈਕਨੀਕਲ, ਆਈਟੀਆਈ, ਪੈਰਾਮੈਡੀਕਲ, ਸ਼ਾਰਟ ਟਰਮ ਕੋਰਸਿਸ, ਇਹ ਕੁਝ ਕੋਰਸ ਆ ਜਾਂਦੇ ਆ। ਸਭ ਤੋਂ ਪਹਿਲਾਂ ਇੰਟਰਮੀਡੀਏਟ ਜਿਹੜੇ ਕੋਰਸਿਸ ਹੁੰਦੇ ਨਾ 2 ਸਾਲ ਦੇ ਹੁੰਦੇ ਆ। ਹੁਣ ਜੇ ਮੈਂ 10ਵੀਂ ਤੋਂ ਬਾਅਦ ਐਡਮਿਸ਼ਨ ਲਵਾਂਗਾ ਤੇ 11ਵੀਂ ਕਿਹੜੇ ਵਿਸ਼ੇ ਵਿੱਚ ਕਰੂੰਗਾ, ਇਹ ਸੋਚਣ ਵਾਲੀ ਗੱਲ ਆ। ਸਾਡੇ ਕੋਲ 11ਵੀਂ ਵਿੱਚ ਜਿਹੜੀਆਂ ਸਟਰੀਮਸ ਹੈਗੀਆਂ ਉਹ ਹੈਗੀਆਂ ਆਰਟਸ, ਮੈਡੀਕਲ, ਨਾਨ ਮੈਡੀਕਲ, ਕਾਮਰਸ ਤੇ ਵੋਕੇਸ਼ਨਲ। ਇਹ ਅਲੱਗ-ਅਲੱਗ ਸਟਰੀਮਸ ਆ ਜਿਨ੍ਹਾਂ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ। ਆਰਟਸ ਦੇ ਵਿੱਚ ਅਸੀਂ ਸਬਜੈਕਟਸ ਜਿਹੜੇ ਰੱਖਾਂਗੇ ਉਹ ਫਿਜ਼ੀਕਲ ਐਜੂਕੇਸ਼ਨ ਹੋ ਸਕਦਾ, ਸੋਸ਼ੀਓਲੋਜੀ ਹੋ ਸਕਦਾ, ਪੋਲੀਟੀਕਲ ਸਾਇੰਸ ਹੋ ਸਕਦਾ, ਇਕਨੋਮਿਕਸ ਹੋ ਸਕਦਾ, ਅਲੱਗ-ਅਲੱਗ ਤਰ੍ਹਾਂ ਦੇ ਕੋਰਸਿਸ ਹੈਗੇ। ਉਸ ਤੋਂ ਬਾਅਦ ਵਿੱਚ ਜੇਕਰ ਸਾਡਾ ਇੰਟਰਸਟ ਬਿਜ਼ਨਸ ਵਿੱਚ ਹੈ ਤੇ ਮੈਨੂੰ ਕਮਰਸ ਕਰਨੀ ਚਾਹੀਦੀ ਹੈ। ਕਮਰਸ ਦੇ ਵਿੱਚ ਅਕਾਊਂਟਸ, ਬਿਜ਼ਨਸ ਸਟੱਡੀ, ਇਹਦੇ ਦੇ ਸਬਜੈਕਟ ਹੁੰਦੇ ਆ ਜੋ ਤੁਹਾਨੂੰ ਕੋਈ ਬਿਜ਼ਨਸ ਨੂੰ ਕਿੱਦਾਂ ਚਲਾਉਣਾ ਜਾਂ ਉਹਦੇ ਅਕਾਊਂਟਸ ਕਿੱਦਾਂ ਮੇਨਟੇਨ ਕਰਨੇ ਆ, ਉਹ ਸਾਰੇ ਸਿਖਾਏ ਜਾਂਦੇ ਆ। ਤੀਸਰੀ ਜਿਹੜੀ ਸਾਡੀ ਆਪਸ਼ਨ ਹੈ ਉਹ ਹੈ ਮੈਡੀਕਲ ਤੇ ਨਾਨ ਮੈਡੀਕਲ, ਆਪਾਂ ਨੂੰ ਸਾਇੰਸ ਸਟਰੀਮ ਵੀ ਕਹਿੰਦੇ ਆ। ਵੀ ਤੁਸੀਂ ਜੇਕਰ ਡਾਕਟਰ ਬਣਨਾ ਚਾਹੁੰਦੇ ਹੋ ਤੇ ਸਾਨੂੰ ਮੈਡੀਕਲ ਕਰਨਾ ਚਾਹੀਦਾ। ਜੇ ਆਪਾਂ 10ਵੀਂ ਤੋਂ ਬਾਅਦ ਚ ਮੈਡੀਕਲ ਦੇ ਵਿੱਚ ਐਡਮਿਸ਼ਨ ਲਾਂਗੇ, ਉਹਦੇ ਵਿੱਚ ਤੁਹਾਨੂੰ ਕੈਮਿਸਟਰੀ, ਬਾਇਓਲੋਜੀ, ਇੱਦਾਂ ਦੇ ਸਬਜੈਕਟ ਜਿਹੜੇ ਆ ਉਹ ਪੜ੍ਹਨੇ ਪੈਣਗੇ ਤੇ ਪੜ੍ਹ ਕੇ ਆਪਾਂ ਫਿਰ ਅੱਗੇ ਡਾਕਟਰੀ ਲਾਈਨ ਵਿੱਚ ਜਾ ਸਕਦੇ ਹਾਂ। ਜੇਕਰ ਤੁਸੀਂ ਇੰਜੀਨੀਅਰ ਬਣਨਾ ਚਾਹੁੰਦੇ ਹੋ ਫਿਰ ਅਸੀਂ ਨਾਨ ਮੈਡੀਕਲ ਕਰਾਂਗੇ। ਇਹ ਵੀ ਸਾਇੰਸ ਸਟਰੀਮ ਦਾ ਇੱਕ ਹਿੱਸਾ ਆ ਜਿਹਦੇ ਵਿੱਚ ਨਾਨ ਮੈਡੀਕਲ ਮਤਲਬ ਮੈਡੀਕਲ ਤੋਂ ਇਲਾਵਾ ਇੰਜੀਨੀਅਰਿੰਗ ਦੇ ਜਿਹੜੇ ਕੋਰਸਿਸ ਹੈਗੇ ਆ ਉਹਨਾਂ ਦੇ ਬਾਰੇ ਜਾਣਕਾਰੀ ਹੁੰਦੀ ਹੈ। ਤੇ ਇਹ ਵੀ ਕਰਨ ਵਾਸਤੇ ਸਾਨੂੰ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਇਹਦੇ ਸਬਜੈਕਟ ਜਿਹੜੇ ਆ, ਮੈਥ, ਇਹ ਪੜ੍ਹਨੇ ਪੈਂਦੇ ਆ ਤੇ ਆਪਾਂ ਇਹਨੂੰ ਪੜ੍ਹ ਕੇ ਨਾਨ ਮੈਡੀਕਲ ਕਰਕੇ ਇੰਜੀਨੀਅਰਿੰਗ ਲਾਈਨ ਦੇ ਵਿੱਚ ਜਾ ਸਕਦੇ ਹੋ, ਤੁਸੀਂ ਇੰਜੀਨੀਅਰ ਬਣ ਸਕਦੇ ਹੋ। ਤੇ ਤੀਸਰਾ ਜਿਹੜਾ ਹੈਗਾ ਵੋਕੇਸ਼ਨਲ ਕੋਰਸਿਸ ਹੈਗੇ ਆ ਜਿਹਦੇ ਵਿੱਚ ਇਲੈਕਟ੍ਰੀਕਲ, ਮਕੈਨੀਕਲ, ਫਿਟਰ, ਇਹਦੇ ਬਹੁਤ ਸਾਰੇ ਕੋਰਸਿਸ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਸੀਂ +2 ਜਿਹੜੀ ਆ ਉਹ ਵੋਕੇਸ਼ਨਲ ਸਟਰੀਮ ਦੇ ਵਿੱਚ ਵੀ ਕਰ ਸਕਦੇ ਹੋ। ਹੁਣ ਗੱਲ ਆ ਜਾਂਦੀ ਹੈ ਵੀ ਕਿ ਇਹ ਕੋਰਸਿਸ ਕਿਤੇ ਜਾਣ। ਹੁਣ ਬਹੁਤ ਸਾਰੇ ਸਕੂਲਾਂ ਦੇ ਵਿੱਚ ਸਾਰੀਆਂ ਸਟਰੀਮਸ ਹੁੰਦੀਆਂ ਨੇ ਤੇ ਬਹੁਤ ਸਾਰੇ ਸਕੂਲ ਜਿਹੜੇ ਹੈਗੇ ਆ ਉਹਨਾਂ 'ਚ ਸਾਰੀ ਸਟਰੀਮ ਨਹੀਂ ਵੀ ਹੁੰਦੀਆਂ। ਹੁਣ ਆਪਾਂ ਜੇ 10ਵੀਂ ਪਾਸ ਆਊਟ ਹੋਵਾਂਗੇ ਤੇ ਸਾਨੂੰ ਦੇਖਣਾ ਪਏਗਾ ਕਿ ਸਾਡੇ ਨਜ਼ਦੀਕ ਕਿਹੜਾ ਸਕੂਲ ਹੈ ਜਿਹਦੇ ਵਿੱਚ ਆਹ ਵਾਲੀ ਸਟਰੀਮ ਅਵੇਲੇਬਲ ਹੈ ਤੇ ਜੋ ਸਕੂਲ ਵਿੱਚ ਉਹ ਸਟਰੀਮ ਹੈ ਤੇ ਆਪਾਂ ਉੱਥੇ ਐਡਮਿਸ਼ਨ ਲੈ ਸਕਦੇ ਹਾਂ। ਪਰ ਆਪਾਂ ਨੂੰ ਉਹੀ ਸਟਰੀਮ ਚੂਜ਼ ਕਰਨੀ ਚਾਹੀਦੀ ਜਿਸ ਤਰ੍ਹਾਂ ਇੰਟਰਸਟ ਹੈਗਾ, ਜਿਸ 'ਚ ਮੈਂ ਲੱਗਦਾ ਵੀ ਮੈਂ ਲਾਈਫ ਵਿੱਚ ਚੰਗਾ ਕਰ ਸਕਦਾ, ਤੇ ਸਾਨੂੰ ਉਹ ਹੀ ਸਟਰੀਮ ਚੂਜ਼ ਕਰਨੀ ਚਾਹੀਦੀ ਆ। ਕਿਸੇ ਦੋਸਤ ਦੇ ਮਗਰ ਜਾਂ ਕਿਸੇ ਦੇ ਕਹੇ ਦੇ ਮਗਰ ਨਹੀਂ ਲੱਗਣਾ ਚਾਹੀਦਾ। ਸਾਨੂੰ ਪਹਿਲਾਂ ਆਪਣਾ ਸੋਚਣਾ ਚਾਹੀਦਾ ਵੀ ਮੈਂ ਆਰਟਸ ਵਿੱਚ ਐਡਮਿਸ਼ਨ ਇਸ ਲਈ ਲੈਣਾ ਚਾਹੁੰਦਾ ਕਿਉਂਕਿ ਮੈਨੂੰ ਆਰਟ ਵਾਲੇ ਕੰਮ ਜਿਹੜੇ ਉਹਨਾਂ ਵਿੱਚ ਇੰਟਰਸਟ ਹੈਗਾ। ਮੇਰਾ ਬਿਜ਼ਨਸ ਦੇ ਵਿੱਚ ਇੰਟਰਸਟ ਹੈ ਤੇ ਮੈਨੂੰ ਕਮਰਸ ਕਰਨੀ ਚਾਹੀਦੀ ਆ। ਜੇਕਰ ਮੈਂ ਲੋਕਾਂ ਦੀ ਸੇਵਾ ਭਾਵਨਾ ਜਾਂ ਸੇਵਾ ਕਰਨਾ ਚਾਹੁੰਦਾ ਆ ਤੇ ਮੈਂ ਪੜ੍ਹਾਈ ਵਿੱਚ ਵੀ ਚੰਗੀ ਪੜ੍ਹਾਈ ਕਰ ਸਕਦਾ ਆ ਤੇ ਫਿਰ ਮੈਨੂੰ ਮੈਡੀਕਲ ਲਾਈਨ ਜਿਹੜੀ ਆ ਚੂਜ਼ ਕਰਨੀ ਚਾਹੀਦੀ ਆ। ਜੇਕਰ ਮੇਰਾ ਟੈਕਨੀਕਲ ਮਾਈਂਡ ਆ ਤੇ ਮੈਨੂੰ ਵੋਕੇਸ਼ਨਲ ਜਾਂ ਨਾਨ ਮੈਡੀਕਲ ਵਾਲੇ ਵਿਸ਼ੇ ਜਿਹੜੇ ਆ ਚੂਜ਼ ਕਰਨੇ ਚਾਹੀਦੇ ਆ। ਇਹ ਸੀਗੇ ਸਾਡੇ ਇੰਟਰਮੀਡੀਏਟ ਕੋਰਸ ਜਿਹੜੇ ਆਪਾਂ ਜਿਹਨੂੰ ਆਪਾਂ ਕਹਿੰਦੇ 11ਵੀਂ 12ਵੀਂ ਵਾਲੇ ਵਿਸ਼ੇ। ਆਪਾਂ ਇਹਨਾਂ ਦੇ ਵਿੱਚ 11ਵੀਂ 12ਵੀਂ ਜਿਹੜੀ ਆ ਪਾਸ ਆਊਟ ਕਰ ਸਕਦੇ ਆ। ਇਹ ਜਿਹੜੇ 11ਵੀਂ 12ਵੀਂ ਸੀਗੇ ਸਾਰੇ 2 ਸਾਲ ਦੇ ਸੀਗੇ ਵੀ ਆਪਾਂ ਆਰਟਸ, ਕਮਰਸ ਇਹ ਸਾਰੇ 2 ਸਾਲ ਦੇ ਵਿੱਚ ਕੰਪਲੀਟ ਹੋ ਜਾਂਦੇ ਆ। ਤੁਸੀਂ 10ਵੀਂ ਤੋਂ ਬਾਅਦ ਚ ਇਹਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ। ਹੁਣ ਦੂਸਰਾ ਆ ਜਾਂਦਾ ਆ ਪੋਲੀਟੈਕਨੀਕਲ ਕੋਰਸਿਸ। ਇਹ ਪੋਲੀਟੈਕਨੀਕਲ ਕੋਰਸ ਜਿਹੜੇ ਹੈਗੇ ਆ ਇਹ 10ਵੀਂ ਤੋਂ ਬਾਅਦ ਵਿੱਚ ਕਰਵਾਏ ਜਾਂਦੇ ਆ ਤੇ ਇਹ 3 ਸਾਲ ਦੇ ਹੁੰਦੇ ਆ ਵੀ ਆਪਾਂ 3 ਸਾਲ ਦੇ ਵਿੱਚ ਇਹਨਾਂ ਪੋਲੀਟੈਕਨੀਕਲ ਕੋਰਸਿਸ ਨੂੰ ਕਰ ਸਕਦੇ ਹਾਂ। ਹੁਣ ਇਹ ਅਲੱਗ-ਅਲੱਗ ਕਾਲਜਿਸ ਹੈਗੇ ਆ। ਆਪਣੇ ਜਲੰਧਰ ਦੇ ਵਿੱਚ ਪੋਲੀਟੈਕਨੀਕਲ ਕਾਲਜ ਹੈਗਾ ਆ, ਉਹ ਗਰਲਸ ਵਾਸਤੇ ਹੈਗਾ ਆ ਤੇ ਮਤਲਬ ਹਰੇਕ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਪੋਲੀਟੈਕਨੀਕਲ ਕਾਲਜ ਜਿਹੜਾ ਆ ਹੋ ਸਕਦਾ ਤੇ ਉਹਦੇ ਵਿੱਚ 3-3 ਸਾਲ ਦੇ ਇਹ ਪੋਲੀਟੈਕਨੀਕਲ ਕੋਰਸਿਸ ਜਿਹੜੇ ਆ ਉਹ ਕਰਵਾਏ ਜਾਂਦੇ ਆ, ਜਿੱਦਾਂ ਕਿ ਮਕੈਨੀਕਲ ਦਾ, ਕੰਪਿਊਟਰ ਸਾਇੰਸ, ਸਿਵਲ ਇੰਜੀਨੀਅਰਿੰਗ, IT, ਆਟੋਮੋਬਾਈਲ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ, ਬਾਇਓਟੈਕਨੋਲੋਜੀ, ਇਲੈਕਟ੍ਰੀਕਲ, ਕੈਮੀਕਲ, ਐਗਰੀਕਲਚਰ, ਬਾਇਓਮੈਡੀਕਲ, ਮੈਰਾਈਨ ਟੈਕਨੋਲੋਜੀ, ਮਾਈਨਿੰਗ ਟੈਕਨੋਲੋਜੀ, ਟੈਕਸਟਾਈਲ ਟੈਕਨੋਲੋਜੀ, ਪੈਟਰੋਲੀਅਮ ਟੈਕਨੋਲੋਜੀ, ਪਲਾਸਟਿਕ ਟੈਕਨੋਲੋਜੀ, ਰਬਰ ਟੈਕਨੋਲੋਜੀ। ਇਹ ਬਹੁਤ ਸਾਰੇ ਪੋਲੀਟੈਕਨੀਕਲ ਕੋਰਸਿਸ ਆ ਜੋ ਟੈਕਨੀਕਲ ਵਿਸ਼ੇ ਨਾਲ ਸੰਬੰਧਿਤ ਆ।
ਆਪਾਂ ਇਹਨਾਂ ਦੇ ਵਿੱਚ ਵੀ ਐਡਮਿਸ਼ਨ ਲੈ ਸਕਦੇ ਹਾਂ। ਇਹ ਸਾਰੇ ਜਿਹੜੇ ਹੈਗੇ ਆ 3-3 ਸਾਲ ਦੇ ਕੋਰਸਿਸ ਹੈਗੇ ਆ ਜੋ ਅਸੀਂ ਪੋਲੀਟੈਕਨੀਕਲ ਕਾਲਜਾਂ ਵਿੱਚ ਜਾ ਕੇ ਐਡਮਿਸ਼ਨ ਲੈ ਕੇ ਕਰ ਸਕਦੇ ਹਾਂ। ਤੁਸੀਂ 10ਵੀਂ ਤੋਂ ਬਾਅਦ ਹੀ ਕਿਸੇ ਪੋਲੀਟੈਕਨੀਕਲ ਕਾਲਜ ਵਿੱਚ ਜਾ ਕੇ ਇਹਨਾਂ ਕਿਸੇ ਇੱਕ ਕੋਰਸਿਸ ਦੇ ਵਿੱਚੋਂ, ਸਾਰੇ ਕੋਰਸਿਸ ਵਿੱਚੋਂ ਕਿਸੇ ਇੱਕ ਕੋਰਸ ਵਿੱਚ ਐਡਮਿਸ਼ਨ ਲੈ ਕੇ 3 ਸਾਲ ਦੀ ਪੜ੍ਹਾਈ ਕਰੋਗੇ ਤੇ 3 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਵਿੱਚ ਤੁਸੀਂ ਉਸ ਪਾਰਟਿਕੂਲਰ ਵਿਸ਼ੇ ਦੇ ਵਿੱਚ ਮਾਹਰ ਹੋ ਜਾਂਦੇ ਹੋ। ਇਹ ਸੀਗੇ 3-3 ਸਾਲ ਦੇ ਪੋਲੀਟੈਕਨੀਕਲ ਕੋਰਸਿਸ। ਫਿਰ ਅੱਗੇ ਆ ਜਾਂਦੇ ਆ ITI ਕੋਰਸਿਸ। ਇਹ 2 ਸਾਲ ਦੇ ਹੁੰਦੇ ਆ। ਜਿੱਦਾਂ ਮੈਂ ਤੁਹਾਨੂੰ ਦੱਸਿਆ ਪੋਲੀਟੈਕਨੀਕਲ ਕਾਲਜਸ ਹੁੰਦੇ ਆ, ਇਹਦੇ ਹੀ ITI ਕਾਲਜਸ ਵੀ ਹੁੰਦੇ ਆ। ਤੁਸੀਂ ਜਲੰਧਰ ਦੇ ਵਿੱਚ, ਕਪੂਰਥਲੇ ਵਿੱਚ, ਲੁਧਿਆਣੇ ਦੇ ਵਿੱਚ ਜੇ ਸਰਚ ਕਰੋਗੇ ਤੇ ਤੁਹਾਨੂੰ ਕਈ ITI ਕਾਲਜਸ ਜਿਹੜੇ ਆ ਉਹ ਮਿਲ ਜਾਣਗੇ, ਜਿਨ੍ਹਾਂ ਦੇ ਵਿੱਚ 2-2 ਸਾਲ ਦੇ ਅਲੱਗ-ਅਲੱਗ ਕੋਰਸਿਸ ਜਿਹੜੇ ਆ ਕਰਵਾਏ ਜਾਂਦੇ ਆ। ਹੁਣ ਇਹਦੇ ਵਿੱਚ ਫਿਟਰ, ਕੰਪਿਊਟਰ, ਸਿਵਲ ਡਰਾਫਟਸਮੈਨ, ਮਕੈਨੀਕਲ ਦੇ ਵਿੱਚ ਰੇਡੀਓ ਐਂਡ TV, ਮੋਟਰ ਵਾਹੀਕਲ, ਡੀਜ਼ਲ ਮਕੈਨਿਕ, ਮੈਰੀਨ, ਇਲੈਕਟ੍ਰੀਕਲ, ਪਲੰਬਰ, ਇਲੈਕਟ੍ਰੀਕਲ ਮਸ਼ੀਨ ਟੂਲਸ, ਵੈਲਡਰ, ਫਾਇਰਮੈਨ, ਕੁਕਰੀ, ਪੇਂਟ ਟੈਕਨੋਲੋਜੀ, ਵੀ ਇਹ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਕੋਰਸਿਸ ਜਿਹੜੇ ਆ 2-2 ਸਾਲ ਦੇ ITI ਕਾਲਜਾਂ ਵਿੱਚ ਕਰਵਾਏ ਜਾਂਦੇ ਆ। ਵੀ ਤੁਸੀਂ ਕਿਸੇ ਵੀ ITI ਕਾਲਜ ਵਿੱਚ ਜਾ ਕੇ ਤੇ ਇਹਨਾਂ ਕੋਰਸਿਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ। ਮੰਨ ਲਓ ਕੋਈ ਕਹਿੰਦਾ ਆ ਕਿ ਮੈਂ ਪਲੰਬਰ ਦਾ ਕੰਮ ਕਰਨਾ ਸਿੱਖਣਾ ਚਾਹੁੰਦਾ ਹਾਂ। ਹੁਣ ਪਲੰਬਰ ਤੇ ਆਮ ਵੀ ਤੁਰੇ ਫਿਰਦੇ ਆ, ਉਹਨਾਂ ਨੂੰ ਇੰਨੀ ਨੌਲੇਜ ਵੀ ਨਹੀਂ ਹੁੰਦੀ, ਠੀਕ ਆ, ਉਹਨਾਂ ਨੇ ਇਦਾਂ ਹੀ ਕਿਸੇ ਕੋਲ ਕੰਮ ਸਿੱਖਿਆ ਹੁੰਦਾ। ਪਰ ਤੁਸੀਂ ਪਲੰਬਰ ਦਾ ਪ੍ਰੋਪਰ ਕੋਰਸ ਕਰ ਸਕਦੇ ਹੋ 2 ਸਾਲ ਦਾ ਕਿਸੇ ਵੀ ITI ਕਾਲਜ ਵਿੱਚ ਜਾ ਕੇ। ਤੋ ਤੁਹਾਨੂੰ ਪੂਰੀ ਸਟੱਡੀ ਟੀਚਿੰਗ ਦਿੰਦੇ ਆ ਵੀ ਪਲੰਬਰ ਦਾ ਕੰਮ ਹੁੰਦਾ ਕਿੱਦਾਂ ਆ, ਫਿਰ ਉਹਨੂੰ ਪ੍ਰੈਕਟੀਕਲ ਵੀ ਤੁਹਾਨੂੰ ਸਿਖਾਉਂਦੇ ਆ, ਠੀਕ ਆ। ਇਹਦੇ ਇਲੈਕਟ੍ਰੀਕਲ ਦਾ ਵੀ ਆ, ਵੈਲਡਰ ਦਾ ਵੀ ਆ, ਵੀ ਵੈਲਡਿੰਗ ਦਾ ਕੰਮ ਤੁਸੀਂ ਪ੍ਰੋਪਰਲੀ ਸਿੱਖ ਸਕਦੇ ਹੋ। ਅਲੱਗ-ਅਲੱਗ ਤਰ੍ਹਾਂ ਦੀ ਵੈਲਡਿੰਗ ਤੁਹਾਨੂੰ ਸਿਖਾਉਂਦੇ ਆ, ਗੈਸ ਵੈਲਡਿੰਗ, ਇਲੈਕਟ੍ਰੀਕਲ ਵੈਲਡਿੰਗ, ਅਲੱਗ-ਅਲੱਗ ਤਰ੍ਹਾਂ ਦੀ ਵੈਲਡਿੰਗ ਦੇ ਵਿੱਚ ਤੁਹਾਨੂੰ ਮਾਹਰ ਕਰ ਦਿੰਦੇ ਆ ਤੇ ਨਾਲ ਤੁਹਾਨੂੰ ਫਿਰ ਸਰਟੀਫਿਕੇਟ ਵੀ ਮਿਲਦਾ। ਤੁਸੀਂ ਇਹ ਕੋਰਸ ਕਰਕੇ ਆਪਣਾ ਕੰਮ ਤੇ ਸ਼ੁਰੂ ਕਰ ਹੀ ਸਕਦੇ ਹੋ, ਕਿਸੇ ਕੰਪਨੀ ਦੇ ਵਿੱਚ ਪ੍ਰਾਈਵੇਟ ਜੌਬ ਵੀ ਕਰ ਸਕਦੇ ਹੋ। ਇਦਾਂ ਦੀਆਂ ਕਈ ਤਰ੍ਹਾਂ ਦੀਆਂ ਸਰਕਾਰੀ ਜੌਬਸ ਵੀ ਇਹਨਾਂ ਦੇ ਨਾਲ ਨਿਕਲਦੀਆਂ ਤੇ ਤੁਸੀਂ ਉਹਨਾਂ ਦੇ ਵਿੱਚ ਵੀ ਇਹ ਕੋਰਸ ਕਰਕੇ ਬਾਅਦ ਚ ਕੰਮ ਕਰ ਸਕਦੇ ਹੋ। ਤੇ ਇਹ ਪ੍ਰੋਫੈਸ਼ਨਲ ਕੋਰਸਿਸ ਜਿਹੜੇ ਆ ਉਹ 2-2 ਸਾਲ ਦੇ ITI ਕਾਲਜਾਂ ਵਿੱਚ ਕਰਵਾਏ ਜਾਂਦੇ ਆ। ਇਸ ਤੋਂ ਇਲਾਵਾ ਸਾਡੇ ਕੋਲ ਕੁਝ ਅਦਰ ਕੋਰਸਿਸ ਵੀ ਹਨ। ਬਿਊਟੀ ਐਂਡ ਕਸਮੈਟੋਲੋਜੀ, ਜਵੈਲਰੀ ਡਿਜ਼ਾਈਨਿੰਗ, ਫੈਸ਼ਨ ਡਿਜ਼ਾਈਨਿੰਗ, ਫੋਟੋਗ੍ਰਾਫੀ, ਇਹ ਵੀ ਕੁਝ ਕੋਰਸਿਸ ਹੈਗੇ ਆ ਜੋ ਕਾਲਜਾਂ ਦੇ ਵਿੱਚ ਕਰਵਾਏ ਜਾਂਦੇ ਆ। ਵੀ ਤੁਸੀਂ ਮੰਨ ਲਓ ਫੋਟੋਗ੍ਰਾਫੀ ਦੇ ਵਿੱਚ ਐਕਸਪਰਟ ਹੋਣਾ ਚਾਹੁੰਦੇ ਹੋ, ਤੁਸੀਂ ਬਿਊਟੀ ਐਂਡ ਵੈਲਨੈਸ ਦੇ ਵਿੱਚ ਕੋਰਸਿਸ ਆ ਉਹਨਾਂ ਦੇ ਵਿੱਚ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ। ਇਹ ਅਲੱਗ-ਅਲੱਗ ਪ੍ਰਾਈਵੇਟ ਕਾਲਜ ਵੀ ਹੈਗੇ ਜਿਹੜੇ ਕਰਵਾਉਂਦੇ ਆ, ਕਈ ਸਰਕਾਰੀ ਕਾਲਜਾਂ ਦੇ ਵਿੱਚ ਵੀ ਇਹਨਾਂ ਦੇ ਕੋਰਸਿਸ ਹੈਗੇ ਆ ਤੇ ਤੁਸੀਂ ਇਹਨਾਂ ਦੇ ਵਿੱਚ ਐਡਮਿਸ਼ਨ ਲੈ ਕੇ ਉਸ ਪਾਰਟਿਕੂਲਰ ਵਿਸ਼ੇ ਦੇ ਵਿੱਚ ਮਾਹਰ ਬਣ ਸਕਦੇ ਹੋ, ਠੀਕ ਆ। ਤੇ ਤੁਹਾਨੂੰ ਇਹਦੇ ਕਰਨ ਤੋਂ ਬਾਅਦ ਚ ਸਰਟੀਫਿਕੇਟ ਡਿਗਰੀ ਜਿਹੜੀ ਆ ਉਹ ਮਿਲ ਜਾਂਦੀ ਆ। ਇਸੇ ਤਰੀਕੇ ਨਾਲ ਪੈਰਾਮੈਡੀਕਲ ਕੋਰਸਿਸ ਵੀ ਕੀਤੇ ਜਾ ਸਕਦੇ ਹਨ, ਜਿਹਦੇ ਵਿੱਚ DLMT, DHFM, DOA, DOT, ਹੈਲਥ ਇੰਸਪੈਕਟਰ, ਸੈਨੀਟਰੀ ਇੰਸਪੈਕਟਰ, ਇਹ ਅਲੱਗ-ਅਲੱਗ ਤਰ੍ਹਾਂ ਦੇ ਕੋਰਸਿਸ ਹੈਗੇ ਆ ਜੋ ਅਸੀਂ 3 ਸਾਲ ਦੇ ਪੈਰਾਮੈਡੀਕਲ ਕੋਰਸਾਂ ਦੇ ਵਿੱਚ ਕਰ ਸਕਦੇ ਹਾਂ। ਇਹਦੇ ਵਿੱਚ ਆਪਾਂ BSc in Dialysis, BSc in X-ray Technology, BSc in Radiography, BSc in Ortho ਐਨਐਸਥੀਸੀਆ ਟੈਕਨੋਲੋਜੀ, ਇਹ ਅਲੱਗ-ਅਲੱਗ ਤਰ੍ਹਾਂ ਦੇ ਕੋਰਸਿਸ ਹਨ ਜਿਹੜੇ ਆਪਾਂ ਪੈਰਾਮੈਡੀਕਲ ਕੋਰਸਿਸ ਦੇ ਵਿੱਚ ਕਰ ਸਕਦੇ ਹਾਂ। ਇਹ ਕੋਰਸਿਸ ਵੀ ਸਾਨੂੰ ਮੈਡੀਕਲ ਲਾਈਨ ਵਿੱਚ ਹੀ ਲੈ ਕੇ ਜਾਣ ਵਾਸਤੇ ਕੀਤੇ ਜਾ ਸਕਦੇ ਹੈ। ਇਹਨਾਂ ਦਾ ਵੀ ਸਾਡਾ 10ਵੀਂ ਤੋਂ ਬਾਅਦ ਐਂਟਰੈਂਸ ਟੈਸਟ ਹੁੰਦਾ ਹੈ। ਉਸ ਟੈਸਟ ਦੇ ਵਿੱਚ ਅਸੀਂ ਪਾਰਟਿਸਿਪੇਟ ਕਰਕੇ ਇਹਨਾਂ ਕੋਰਸਿਸ ਵਿੱਚ ਐਡਮਿਸ਼ਨ ਲੈ ਸਕਦੇ ਹਾਂ। ਐਕਸ-ਰੇ ਟੈਕਨੀਸ਼ੀਅਨ, ਜਨਰਲ ਡਿਊਟੀ ਅਸਿਸਟੈਂਟ, ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ, ਇਸ ਤਰ੍ਹਾਂ ਦੇ ਬਹੁਤ ਸਾਰੇ ਛੋਟੇ-ਛੋਟੇ ਕੋਰਸਿਸ ਹਨ ਜੋ ਪੈਰਾਮੈਡੀਕਲ ਦੇ ਅੰਦਰ ਆ ਜਾਂਦੇ ਹਨ ਤੇ ਆਪਾਂ ਇਹਨਾਂ ਕੋਰਸਿਸ ਨੂੰ ਕਰਕੇ ਆਪਣਾ ਵਧੀਆ ਫਿਊਚਰ ਜਿਹੜਾ ਉਹ ਬਣਾ ਸਕਦੇ ਹਾਂ। ਤੇ ਇਸ ਤੋਂ ਇਲਾਵਾ ਸ਼ਾਰਟ ਟਰਮ 1-1 ਸਾਲ ਦੇ ਜਾਂ 6-6 ਮਹੀਨੇ ਦੇ ਵੀ ਕੁਝ ਕੋਰਸਿਸ ਹਨ, ਜਿਹਦੇ ਵਿੱਚ DTP, ਡੈਸਕਟਾਪ ਪਬਲਿਸ਼ਿੰਗ, PGDCA, ਟੈਲੀ, ਇੰਟਰਨੈਟ, ਗ੍ਰਾਫਿਕਸ, ਐਨੀਮੇਸ਼ਨ, ਵੈਬ ਡਿਜ਼ਾਈਨਿੰਗ, ਸਾਈਬਰ ਸਿਕਿਉਰਿਟੀ, ਇਹ ਅਲੱਗ-ਅਲੱਗ ਤਰ੍ਹਾਂ ਦੇ ਸ਼ਾਰਟ ਟਰਮ ਕੋਰਸਿਸ ਹੈਗੇ ਆ। ਇਹਨਾਂ ਕੋਰਸਿਸ ਦੇ ਵਾਸਤੇ ਤੁਸੀਂ ਕਈ ਪ੍ਰਾਈਵੇਟ ਕੰਪਿਊਟਰ ਇੰਸਟੀਚਿਊਟ ਹੋ ਸਕਦੇ ਆ, ਉਹਨਾਂ ਦੇ ਵਿੱਚ ਕਰ ਸਕਦੇ ਹੋ। ਸਰਕਾਰੀ ਕਾਲਜਾਂ ਦੇ ਵਿੱਚ ਵੀ ਇਹ ਕੋਰਸਿਸ ਹੈਗੇ ਆ ਜਿਨ੍ਹਾਂ ਦੇ ਵਿੱਚ 1-1 ਸਾਲ ਦਾ ਤੁਹਾਨੂੰ ਇਹ ਕੋਰਸ ਕਰਵਾਇਆ ਜਾਂਦਾ। ਵੀ ਤੁਸੀਂ ਵੈਬ ਡਿਜ਼ਾਈਨਿੰਗ ਸਿੱਖਣਾ ਚਾਹੁੰਦੇ ਹੋ, ਤੁਸੀਂ ਕਿਸੇ ਵੀ ਇੰਸਟੀਚਿਊਟ ਵਿੱਚ ਜਾ ਕੇ 1 ਸਾਲ ਦੀ ਵੈਬ ਡਿਜ਼ਾਈਨਿੰਗ ਦਾ ਕੋਰਸ ਕਰਕੇ ਉਹਦਾ ਸਰਟੀਫਿਕੇਟ ਲੈ ਸਕਦੇ ਹੋ।
ਇਹਦੇ ਕੰਪਿਊਟਰ ਆਪਰੇਟ ਕਰਨ ਵਾਸਤੇ ਤੁਸੀਂ 1 ਸਾਲ ਦਾ ਜਿਹੜਾ ਆ ਉਹ ਡਿਪਲੋਮਾ ਜਿਹੜਾ ਆ ਉਹ ਕਿਸੇ ਵੀ ਪ੍ਰਾਈਵੇਟ ਤੋਂ ਵੀ ਕਰ ਸਕਦੇ ਹੋ ਤੇ ਸਰਕਾਰੀ ਤੋਂ ਵੀ ਕਰ ਸਕਦੇ ਹੋ। ਤੇ ਸਾਰੇ ਕੋਰਸਿਸ ਜਿਹੜੇ ਹਨ ਉਹ 1 ਸਾਲ ਦੇ ਸਾਨੂੰ ਆਪਣੇ ਆਲੇ ਦੁਆਲੇ ਕਈ ਕਾਲਜਾਂ ਦੇ ਵਿੱਚ ਜਾਂ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਮਿਲ ਜਾਂਦੇ ਆ, ਜਿਨ੍ਹਾਂ ਦੇ ਤੁਸੀਂ ਉਹਨਾਂ ਕੋਰਸਾਂ ਦੇ ਵਿੱਚ ਐਡਮਿਸ਼ਨ ਲੈ ਕੇ 1 ਸਾਲ ਦੇ ਵਿੱਚ ਉਸ ਪਾਰਟਿਕੂਲਰ ਕੰਪਿਊਟਰ ਦੀ ਫੀਲਡ ਦੇ ਵਿੱਚ ਮਾਹਰ ਜਿਹੜੇ ਆ ਉਹ ਹੋ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ 10ਵੀਂ ਤੋਂ ਬਾਅਦ ਹੀ ਗਵਰਨਮੈਂਟ ਜੌਬ ਦੀਆਂ ਵੀ ਓਪਰਚੁਨਿਟੀਜ਼ ਜਿਹੜੀਆਂ ਮਿਲ ਜਾਂਦੀਆਂ, ਮਿਲਟਰੀ ਦੇ ਵਿੱਚ ਡਰਾਈਵਿੰਗ ਪੋਸਟ ਹੋ ਸਕਦੀਆਂ, ਮਤਲਬ ਇਦਾਂ ਦੇ ਕਈ ਜਿਹੜੀਆਂ ਜੌਬਸ ਹੈਗੀਆਂ ਉਹ 10ਵੀਂ ਬੇਸ ਤੇ ਨਿਕਲਦੀਆਂ ਰਹਿੰਦੀਆਂ ਵੀ ਆਪਾਂ ਉਹਨਾਂ ਦੇ ਜਿਹੜੇ ਐਡਵਰਟਾਈਜ਼ਮੈਂਟ ਆ ਉਹ ਅਖਬਾਰਾਂ ਵਿੱਚ ਆਉਂਦੀਆਂ ਰਹਿੰਦੀਆਂ ਤੇ ਆਪਾਂ ਜੇ ਅਖਬਾਰਾਂ ਨੂੰ ਧਿਆਨ ਨਾਲ ਪੜ੍ਹੀਏ, ਉਹਨਾਂ ਨੂੰ ਧਿਆਨ ਨਾਲ ਦੇਖੀਏ ਤੇ ਸਾਨੂੰ ਗਵਰਨਮੈਂਟ ਜੌਬ ਦੀਆਂ ਅਲੱਗ-ਅਲੱਗ ਇਸ਼ਤਿਹਾਰ ਮਿਲ ਜਾਣਗੇ ਜੋ 10ਵੀਂ ਤੋਂ ਬਾਅਦ 'ਚ ਕੀਤੀਆਂ ਜਾ ਸਕਦੀਆਂ ਤੇ ਆਪਾਂ 10ਵੀਂ ਤੋਂ ਬਾਅਦ 'ਚ ਉਸ ਜੌਬ ਵਾਸਤੇ ਅਪਲਾਈ ਕਰ ਸਕਦੇ ਹਾਂ। ਫਿਰ ਉਹਦਾ ਟੈਸਟ ਹੋਏਗਾ, ਟੈਸਟ ਦੇ ਵਿੱਚ ਸਾਨੂੰ ਆਬਜੈਕਟਿਵ ਟਾਈਪ ਕੁਐਸਚਨਸ ਹੋ ਸਕਦੇ ਆ, ਉਹ ਆਪਾਂ ਕਲੀਅਰ ਕਰਕੇ ਤੇ ਬਾਅਦ 'ਚ ਉਹ ਗਵਰਨਮੈਂਟ ਜੌਬ ਵਿੱਚ ਵੀ ਲੱਗ ਸਕਦੇ ਆ 10ਵੀਂ ਤੋਂ ਬਾਅਦ। ਠੀਕ ਆ, ਜਿੱਦਾਂ ਪੀਐਨ ਦੀ ਜੌਬ ਆਪਾਂ ਕਹਿ ਸਕਦੇ ਆ ਜਾਂ ਡਰਾਈਵਰ ਦੀਆਂ ਪੋਸਟ ਹੋ ਸਕਦੀਆਂ, ਇਦਾਂ ਦੀਆਂ ਪੋਸਟਾਂ ਵਾਸਤੇ 10ਵੀਂ ਹੀ ਕਾਫੀ ਹੁੰਦੀ ਆ ਤੇ ਆਪਾਂ ਜੇ ਚਾਹੀਏ ਤੇ ਇਹਨਾਂ ਦੇ ਵਿੱਚ ਵੀ ਆਪਣਾ ਭਵਿੱਖ ਜਿਹੜਾ ਬਣਾ ਸਕਦੇ ਆ। ਇਸ ਤੋਂ ਇਲਾਵਾ ਸਾਡੇ ਕੋਲ ਜਿਹੜੇ ਹੈਗੇ ਆ ਐਂਟਰੈਂਸ ਐਗਜ਼ਾਮ ਵੀ ਹੁੰਦੇ ਆ, APRJC ਇੱਕ ਐਗਜ਼ਾਮ ਹੋ ਜਾਂਦਾ ਆ, ਇੱਕ ਪੋਲੀਟੈਕਨੀਕਲ ਐਂਟਰੈਂਸ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਪੋਲੀਟੈਕਨੀਕਲ ਕੋਰਸ ਜਿਹੜੇ ਆ ਕਾਲਜਸ ਹੈਗੇ ਆ ਜਿਨ੍ਹਾਂ ਵਿੱਚ 3-3 ਸਾਲ ਦੇ ਕੋਰਸ ਕਰਵਾਏ ਜਾਂਦੇ ਆ। ਹੁਣ ਇਹਨਾਂ ਦੇ ਵਿੱਚ ਐਡਮਿਸ਼ਨਸ ਵਾਸਤੇ ਐਂਟਰੈਂਸ ਟੈਸਟ ਵੀ ਹੈ, ਜਿੱਦਾਂ ਕਿ JET ਜੁਆਇੰਟ ਐਂਟਰੈਂਸ ਟੈਸਟ। ਇਹ JET ਦਾ ਟੈਸਟ ਜਿਹੜਾ ਆ ਉਹ 10ਵੀਂ ਤੋਂ ਬਾਅਦ ਹੀ ਕਰਵਾਇਆ ਜਾਂਦਾ। ਹਾਂ, ਮਈ ਦੇ ਕਰੀਬ ਇਹਦਾ ਜਿਹੜਾ ਹੈਗਾ ਉਹ ਇਸ਼ਤਿਹਾਰ ਆਉਂਦਾ ਆ। ਮੰਨ ਲਓ ਵੀ ਮਈ ਦੇ ਵਿੱਚ ਆਪਾਂ ਇਹਦਾ ਫਾਰਮ ਭਰਿਆ ਆ ਤੇ ਜੂਨ ਦੇ 1 ਸੰਡੇ ਨੂੰ ਇੱਕ ਟੈਸਟ ਹੋਏਗਾ, ਤੁਸੀਂ ਉਸ ਟੈਸਟ 'ਤੇ ਜਾ ਕੇ ਬੈਠਣਾ ਆ। ਇੱਕ ਪੇਪਰ ਹੁੰਦਾ ਆ ਜਿਹਦੇ ਵਿੱਚ ਆਬਜੈਕਟਿਵ ਟਾਈਪ ਕੁਐਸਚਨ ਹੁੰਦੇ ਆ, ਆਪਾਂ ਉਹ 4 ਆਪਸ਼ਨਾਂ ਵਿੱਚੋਂ ਇੱਕ ਟਿਕ ਕਰਨੀ ਹੁੰਦੀ ਆ ਤੇ ਉਹ ਸਾਰਾ ਸਿਲੇਬਸ ਜਿਹੜਾ ਹੁੰਦਾ 10ਵੀਂ ਦਾ ਹੀ ਹੁੰਦਾ, ਜੋ ਤੁਸੀਂ 10ਵੀਂ 'ਚ ਪੜ੍ਹਿਆ ਆ ਉਹੀ ਸਾਰਾ ਸਿਲੇਬਸ ਹੁੰਦਾ ਆ ਤੇ ਉਹ ਸਿਲੇਬਸ ਦੇ ਅਨੁਸਾਰ ਆਪਾਂ ਉਹ ਟੈਸਟ ਦੇਵਾਂਗੇ ਤੇ ਜੇਕਰ ਅਸੀਂ ਟੈਸਟ ਕਲੀਅਰ ਕਰ ਜਾਂਦੇ ਹਾਂ ਤੇ ਫਿਰ ਸਾਨੂੰ ਇਹ ਪੋਲੀਟੈਕਨੀਕਲ ਕਾਲਜਸ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਪੋਲੀਟੈਕਨਿਕ ਕੋਰਸ ਹੈਗੇ ਆ ਉਹਨਾਂ ਦੇ ਵਿੱਚ ਐਡਮਿਸ਼ਨ ਦਾ ਮੌਕਾ ਜਿਹੜਾ ਆ ਉਹ ਮਿਲ ਜਾਂਦਾ। ਠੀਕ ਆ, ਤੇ ਇਹ ਪੋਲੀਟੈਕਨੀਕਲ ਕਾਲਜਸ ਵਿੱਚ ਜਾਣ ਵਾਸਤੇ ਸਾਨੂੰ ਪਹਿਲਾਂ ਐਂਟਰੈਂਸ ਟੈਸਟ ਜਿਹੜਾ ਆ ਉਹ ਦੇਣਾ ਪਏਗਾ। ਉਹ ਕਲੀਅਰ ਕਰਨ ਤੋਂ ਬਾਅਦ ਵਿੱਚ ਆਪਾਂ ਇਹਨਾਂ ਪੋਲੀਟੈਕਨੀਕਲ ਕਾਲਜਸ ਦੇ ਵਿੱਚ ਐਡਮਿਸ਼ਨ ਲੈ ਪਾਵਾਂਗੇ। ਹਾਂ, ਕਈ ਪੋਲੀਟੈਕਨਿਕ ਕਾਲਜਸ ਜਿਹੜੇ ਆ ਉਹ ਬਿਨਾਂ ਐਂਟਰੈਂਸ ਟੈਸਟ ਦੇ ਵੀ ਸਾਨੂੰ ਐਡਮਿਸ਼ਨ ਦਿੰਦੇ ਆ, ਪਰ ਜ਼ਿਆਦਾਤਰ ਜਿਹੜੇ ਹੈਗੇ ਆ ਉਹਨਾਂ ਵਾਸਤੇ ਸਾਨੂੰ ਪਹਿਲਾਂ ਇੱਕ ਐਂਟਰੈਂਸ ਟੈਸਟ ਜਿਹੜਾ ਆ ਉਹ ਦੇਣਾ ਪੈਂਦਾ। ਇਹ ਸਾਰੀਆਂ ਅਲੱਗ-ਅਲੱਗ ਸਟਰੀਮਸ ਹਨ ਜਿਹੜੀਆਂ ਆਪਾਂ 10ਵੀਂ ਤੋਂ ਬਾਅਦ ਹੀ ਚੂਜ਼ ਕਰ ਸਕਦੇ ਹਾਂ। ਜੇਕਰ ਹੁਣ ਤੋਂ ਹੀ ਆਪਾਂ ਆਪਣੇ ਆਪ ਨੂੰ ਥੋੜਾ ਜਿਹਾ ਅਵੇਅਰ ਕਰ ਲਈਏ, ਸਾਨੂੰ ਆਪਣੇ ਇੰਟਰਸਟ ਪਤਾ ਹੋਣ ਵੀ ਮੇਰਾ ਇੰਟਰਸਟ ਕੀ ਹੈ, ਮੇਰੇ ਘਰ ਦੇ ਹਾਲਾਤ ਕੀ ਆ, ਮੇਰੇ ਘਰ ਦੇ ਕਿੰਨੇ ਪੈਸੇ ਮੇਰੇ ਤੇ ਖਰਚ ਸਕਦੇ ਆ, ਮੈਂ ਪੜ੍ਹਾਈ 'ਚ ਕਿੰਨਾ ਚੰਗਾ ਆ, ਮੈਂ ਕਿੰਨਾ ਵਧੀਆ ਪੜ੍ਹ ਰਿਹਾ ਜਾਂ ਕਿੰਨੇ ਔਖੇ ਸਬਜੈਕਟ ਮੈਂ ਪੜ੍ਹ ਸਕਦਾ ਆ, ਉਹਨਾਂ ਸਾਰਿਆਂ ਨੂੰ ਜੇਕਰ ਆਪਾਂ ਧਿਆਨ 'ਚ ਰੱਖ ਕੇ ਹੁਣ ਤੋਂ ਹੀ ਪਲੈਨਿੰਗ ਕਰ ਲਈਏ ਵੀ ਮੈਂ ਜੀ ਪੋਲੀਟੈਕਨਿਕ ਕਾਲਜ ਵਿੱਚ ਐਡਮਿਸ਼ਨ ਲੈਣੀ ਆ ਤੇ ਹੁਣ ਤੋਂ ਹੀ ਆਪਾਂ 10ਵੀਂ ਦੇ ਵਿੱਚ ਆਪਣੀ ਪੜ੍ਹਾਈ ਵਧੀਆ ਤਰੀਕੇ ਨਾਲ ਕਰਨੀ ਸ਼ੁਰੂ ਕਰ ਦਈਏ। ਫਿਰ ਜਦੋਂ 10ਵੀਂ ਦੇ ਪੇਪਰ ਹੁੰਦੇ ਆ ਤੇ ਨਾਲ ਹੀ ਮੈਨੂੰ ਪਹਿਲਾਂ ਹੀ ਪਤਾ ਹੋਵੇ ਵੀ ਹਾਂ ਵੀ ਹੁਣ ਆ ਐਂਟਰੈਂਸ ਟੈਸਟ ਦਾ ਜਿਹੜਾ ਆ ਉਹ ਡੇਟ ਆ ਗਈ ਆ ਤੇ ਮੈਂ ਉਹਦਾ ਫਾਰਮ ਭਰਦਾ। ਫਾਰਮ ਭਰਨ ਵਾਸਤੇ ਆਨਲਾਈਨ ਆਪਾਂ ਭਰ ਲੈਣਾ, ਆਪੇ ਵੀ ਭਰ ਸਕਦੇ ਹਾਂ, ਨਹੀਂ ਤੇ ਅਸੀਂ ਕਿਸੇ ਕੈਫੇ ਤੇ ਜਾ ਕੇ ਉਹ ਫਾਰਮ ਭਰਵਾ ਸਕਦੇ ਹਾਂ। ਫਾਰਮ ਭਰਨ ਤੋਂ ਬਾਅਦ ਵਿੱਚ ਸਾਨੂੰ ਰੋਲ ਨੰਬਰ ਮਿਲ ਜਾਣਾ, ਰੋਲ ਨੰਬਰ ਮਿਲ ਗਿਆ ਤੇ ਆਪਾਂ ਜਾ ਕੇ ਟੈਸਟ ਦੇ ਦੇਣਾ, ਟੈਸਟ ਦੇ ਦਾਂਗੇ ਤੇ ਬਾਅਦ ਫਿਰ ਉਹ ਸਾਡੀ ਸਿਲੈਕਸ਼ਨ ਹੋ ਜਾਂਦੀ ਆ। ਠੀਕ ਹੈ, ਇਹ ਸਾਰਾ ਕੰਮ ਜਿਹੜਾ ਆ ਬਹੁਤ ਆਸਾਨੀ ਨਾਲ ਕੀਤਾ ਜਾ ਸਕਦਾ ਜੇ ਅਸੀਂ ਹੁਣ ਤੋਂ ਹੀ ਪਲੈਨਿੰਗ ਕਰ ਲੈਂਦੇ ਹਾਂ। ਤੇ ਉਹ ਤਾਈਓ ਕਰ ਪਾਵਾਂਗੇ ਜੇ ਸਾਨੂੰ ਨੌਲੇਜ ਹੋਵੇ। ਜੇਕਰ ਸਾਨੂੰ ਪਤਾ ਹੀ ਨਹੀਂ ਆ ਕਿ ਸਟਰੀਮ ਕਿਹੜੀਆਂ ਹੈਗੀਆਂ, ਕਾਲਜਸ ਕਿਹੜੇ ਹੈਗੇ ਆ, 2 ਸਾਲ ਦੇ ਕੋਰਸ ਕਿਹੜੇ ਹੈਗੇ ਆ, 3 ਸਾਲ ਦੇ ਕਿਹੜੇ ਹੈਗੇ ਆ। ਹੁਣ ਕੋਈ ਬੱਚਾ ਕਹਿੰਦਾ ਮੈਂ ਤੇ ਜੇ ਅੱਗੇ ਪੜ੍ਹਨਾ ਹੀ ਨਹੀਂ, ਮੇਰੇ ਘਰ ਦੇ ਕਹਿੰਦੇ ਵੀ ਮੈਂ ਪੈਸੇ ਨਹੀਂ ਲਾ ਸਕਦਾ, ਵੀ ਮੈਨੂੰ ਪੜ੍ਹਾਉਣ ਵਾਸਤੇ ਉਹਨਾਂ ਕੋਲ ਪੈਸੇ ਨਹੀਂ ਹੈਗੇ, ਤੂੰ ਜਾਂ ਤੇ ਇੱਕ ਸਿੱਧਾ ਕੰਮ ਲੱਗ ਜਾਊਗਾ ਜਾਂ 1 ਸਾਲ ਦਾ ਕੋਰਸ ਕਰ ਲਏਗਾ ਜਾਂ 2 ਸਾਲ ਦੀ +2 ਕਰ ਲਏਗਾ। ਮਤਲਬ ਸਾਡੇ ਕੋਲ ਆਪਸ਼ਨਾਂ ਬਹੁਤ ਹੁੰਦੀਆਂ, ਪਰ ਆਪਾਂ ਉਹਨਾਂ ਨੂੰ ਸਰਚ ਜਿਹੜਾ ਆ ਉਹ ਖੁਦ ਕਰਨਾ ਹੁੰਦਾ, ਉਹ ਲੱਭਣਾ ਅਸੀਂ ਹੁੰਦਾ ਆ। ਤੇ ਜੇਕਰ ਸਾਨੂੰ ਨੌਲੇਜ ਹੋਏਗੀ ਤਾਈਓ ਆਪਾਂ ਉਹ ਚੀਜ਼ਾਂ ਨੂੰ ਲੱਭ ਪਾਵਾਂਗੇ। ਆਪਸ਼ਨਾਂ ਬਹੁਤ ਹੈਗੀਆਂ ਪਰ ਸਾਨੂੰ ਨਾ ਪਤਾ ਹੋਣ ਦੇ ਕਾਰਨ ਆਪਾਂ ਅੱਗੇ ਜਾਂਦੇ ਨਹੀਂ। ਤੇ ਮੈਨੂੰ ਉਮੀਦ ਆ ਕਿ ਆਪਾਂ ਇਹਨਾਂ ਚੀਜ਼ਾਂ ਨੂੰ ਥੋੜਾ ਆਪਣੇ ਦਿਮਾਗ 'ਚ ਰੱਖਾਂਗੇ ਤੇ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਕਰਾਂਗੇ। ਆਪਣੇ ਘਰਦਿਆਂ ਨੂੰ ਦੱਸਾਂਗੇ ਵੀ ਹਾਂਜੀ ਅਸੀਂ ਆ ਵੀ ਕਰ ਸਕਦੇ, ਅਸੀਂ ਆ ਵੀ ਕਰ ਸਕਦੇ ਹਾਂ, ਮੈਨੂੰ ਇਹ 'ਚ ਐਡਮਿਸ਼ਨ ਦਵਾ ਦਿਓ ਤੇ ਆਪਾਂ ਜ਼ਰੂਰ ਕਿਸੇ ਸਹੀ ਮੁਕਾਮ ਤੇ ਜਿਹੜਾ ਆ
ਉਹ ਪਹੁੰਚ ਸਕਾਂਗੇ। ਠੀਕ ਆ, ਤੇ ਅੱਜ ਦਾ ਟੌਪਿਕ ਸੀ ਵੀ 10ਵੀਂ ਤੋਂ ਬਾਅਦ ਚ ਕਿਹੜੇ ਕੋਰਸਿਸ ਜਿਹੜੇ ਆ ਉਹ ਕੀਤੇ ਜਾ ਸਕਦੇ।